ਇਹਦੀ ਕੰਪਲੈਕਸ ਨੰਬਰ ਦੀ ਤੀਸਰੀ ਵੀਡੀਓ 'ਚ ਅਸੀਂ ਸਿੱਖਾਂਗੇ ਕਿ ਇੱਕ ਕੰਪਲੈਕਸ ਨੰਬਰ ਦਾ ਮੋਡੂਲਸ ਕਿੰਝ ਕੱਢਿਆ ਜਾ ਸਕਦਾ, ਐਂਪਲੀਟਿਊਡ ਕਿੰਝ ਕੱਢਿਆ ਜਾ ਸਕਦਾ। ਤੇ ਮੋਡੂਲਸ ਤੇ ਐਂਪਲੀਟਿਊਡ ਟਰਮਸ ਹੁੰਦੀਆਂ, ਜਿਸ ਤਰ੍ਹਾਂ ਕੰਪਲੈਕਸ ਨੰਬਰ ਦਾ ਰੀਅਲ ਪਾਰਟ ਹੁੰਦਾ, ਇਮੈਜਿਨਰੀ ਪਾਰਟ ਹੁੰਦਾ। ਐਸੇ ਦੋ ਹੋਰ ਟਰਮਸ ਇੱਥੇ ਆਪਾਂ ਦੇਖਦੀਆਂ ਹੈਗੀਆਂ, ਮੋਡੂਲਸ ਜਾਂ ਇਹਨੂੰ ਐਬਸੋਲੂਟ ਵੈਲਿਊ ਵੀ ਕਹਿੰਦੇ ਆ, ਤੇ ਇੱਕ ਹੋਰ ਟਰਮ ਹੈਗੀ ਆ ਐਂਪਲੀਟਿਊਡ ਜਾਂ ਆਰਗੂਮੈਂਟ। ਠੀਕ ਹੈ, ਇਹ ਆਪਾਂ ਕਿੰਝ ਕੱਢਣੀ ਹੈ ਕੰਪਲੈਕਸ ਨੰਬਰ ਦਿੱਤਾ ਹੋਵੇ, ਤੇ ਉਹ ਅਸੀਂ ਇਸ ਵੀਡੀਓ 'ਚ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਹੈਗਾ ਐਬਸੋਲੂਟ ਵੈਲਿਊ, ਇਹਨੂੰ ਹੀ ਮੋਡੂਲਸ ਕਿਹਾ ਜਾਂਦਾ। ਐਬਸੋਲੂਟ ਵੈਲਿਊ ਦਾ ਮਤਲਬ ਕੀ ਹੈ? ਵੈਲਿਊ ਐਬਸੋਲੂਟ ਇੱਕ ਰੀਅਲ ਵੈਲਿਊ ਹੁੰਦੀ, ਹਰ ਕੰਪਲੈਕਸ ਨੰਬਰ ਨੂੰ ਅਸਾਈਨ ਕੀਤੀ ਜਾਂਦੀ ਹੈ। ਠੀਕ ਹੈ, ਇਹ ਕੀ ਹੁੰਦੀ? ਦੀ ਐਬਸੋਲੂਟ ਵੈਲਿਊ ਆਫ ਏ ਕੰਪਲੈਕਸ ਨੰਬਰ z ਇਕੁਅਲ ਟੂ a plus b iota, ਇਹ ਕੰਪਲੈਕਸ ਨੰਬਰ ਦੀ ਸਟੈਂਡਰਡ ਫਾਰਮ ਦਿੱਤੀ ਹੋਈ ਹੈ। ਇਜ਼ ਰਿਟਨ ਐਜ਼, ਉਹਨੂੰ ਆਪਾਂ ਜੇ ਐਬਸੋਲੂਟ ਵੈਲਿਊ ਨੂੰ ਕਿੰਝ ਲਿਖਦੇ ਹਾਂ, ਕੰਪਲੈਕਸ ਨੰਬਰ ਨੂੰ z ਲਿਖਦੇ ਹਾਂ, ਤੇ ਐਬਸੋਲੂਟ ਵੈਲਿਊ ਨੂੰ ਕਿੰਝ ਲਿਖਦੇ ਹਾਂ? z ਦੇ ਨਾਲ ਦੋ ਜੋ ਹੈਗੀਆਂ ਬਾਰਸ ਲਗਾ ਦਿੰਦੇ ਆ, ਮੋਡ, ਜਿਸਨੂੰ ਮੋਡ ਬ੍ਰੈਕਟ ਵੀ ਕਹਿੰਦੇ। ਇਹਨੂੰ ਅਸੀਂ ਕਹਿੰਦੇ ਆ ਕਿ ਜਦੋਂ ਐਸਾ ਫਾਰਮ 'ਚ ਲਿਖਿਆ ਹੋਵੇ z ਦੇ ਆਸ-ਪਾਸ ਜੇ ਦੋ ਬਾਰਸ ਹੋਣ ਤਾਂ ਅਸੀਂ ਇਹਨੂੰ ਕਹਿੰਦੇ ਆ ਐਬਸੋਲੂਟ ਵੈਲਿਊ। ਜਿਸ ਤਰ੍ਹਾਂ ਆਪਾਂ ਦੇਖਿਆ ਸੀਗਾ ਕਿ ਰੀਅਲ ਪਾਰਟ ਨੂੰ RE ਆਫ z ਕਹਿੰਦੇ ਆ, ਇਮੈਜਿਨਰੀ ਨੂੰ IM ਆਫ z ਕਹਿੰਦੇ ਆ। ਇਸ ਤਰ੍ਹਾਂ ਹੀ ਮੋਡੂਲਸ ਨੂੰ z ਦੇ ਨਾਲ ਦੋ ਲਾਈਨ ਲਗਾ ਕੇ ਮੋਡ ਆਫ z ਕਹਿੰਦੇ ਆ। ਠੀਕ ਹੈ, ਤੇ ਮੋਡ ਆਫ z ਕਿੰਝ ਕੱਢਣਾ ਹੈ? ਠੀਕ ਹੈ, ਮੋਡ ਆਫ z ਕੀ ਹੁੰਦਾ? ਇੱਕ ਰੀਅਲ ਨੰਬਰ ਹੁੰਦਾ, ਕਿਉਂਕਿ ਇਹ ਤੇ ਕੰਪਲੈਕਸ ਨੰਬਰ ਹੈ, ਇਹਨੂੰ ਇੱਕ ਰੀਅਲ ਵੈਲਿਊ ਦਿੰਦੇ ਆ ਜਿਹੜੀ ਕਿ ਹਮੇਸ਼ਾ ਪੋਜ਼ਿਟਿਵ ਹੁੰਦੀ ਹੈ। ਠੀਕ ਹੈ, ਨੋਨ ਨੈਗੇਟਿਵ, ਮਤਲਬ ਕਿ 0 1 2 ਇਸ ਤਰ੍ਹਾਂ ਦੀ ਵੈਲਿਊ ਜਿਹੜੀ ਉਹ ਰੀਅਲ ਨੰਬਰ ਹੋਏਗੀ। ਠੀਕ ਹੈ, ਉਹਨੂੰ ਡਿਫਾਈਨ ਕੀਤਾ ਹੋਇਆ ਕਿ ਮੋਡ ਆਫ z ਕੀ ਹੁੰਦਾ? ਆਪਾਂ ਸਕੁਅਰ ਰੂਟ ਆਫ ਆਪਾਂ ਇਹ ਰੀਅਲ ਪਾਰਟ ਦਾ ਸਕੁਅਰ ਲੈਂਦੇ ਆ ਪਲੱਸ ਇਮੈਜਿਨਰੀ ਪਾਰਟ ਦਾ ਸਕੁਅਰ ਲੈਂਦੇ ਆ। ਠੀਕ ਹੈ, ਯਾਨੀ ਆਇਓਟਾ ਨਹੀਂ ਅਸੀਂ ਲੈਣਾ, ਅਸੀਂ ਪਹਿਲੇ ਰੀਅਲ ਪਾਰਟ ਦਾ ਸਕੁਅਰ ਲੈਣਾ ਪਲੱਸ ਫਿਰ ਆ ਇਮੈਜਿਨਰੀ ਪਾਰਟ b ਆ ਇਹਦਾ ਸਕੁਅਰ ਲੈ ਲੈਣਾ, ਔਰ ਜਿਹੜਾ ਸਕੁਅਰ ਉਹਦਾ ਸਮ ਕਰ ਲੈਣਾ, ਜਿਹੜਾ ਸਮ ਦਾ ਫਿਰ ਕਰ ਦੇਣਾ ਸਕੁਅਰ ਰੂਟ। ਠੀਕ ਹੈ, ਹਾਂ, ਤੇ ਜਿਹੜੀ ਵੈਲਿਊ ਆਏਗੀ, ਰੀਅਲ ਵੈਲਿਊ ਆਏਗੀ, ਉਹਨੂੰ ਆਪਾਂ ਕਹਾਂਗੇ ਮੋਡ ਆਫ z, ਉਹ ਹਮੇਸ਼ਾ ਪੋਜ਼ਿਟਿਵ ਹੋਏਗੀ। ਠੀਕ ਹੈ, ਹੁਣ ਇਹਨੂੰ ਮੋਡ ਨੂੰ ਆਪਾਂ ਆਰਗਨ ਡਾਇਗਰਾਮ 'ਚ ਰਿਪਰੈਜ਼ੈਂਟ ਕਰਦੇ ਹਾਂ। ਠੀਕ ਹੈ, ਤੇ ਜਿਸ ਤਰ੍ਹਾਂ ਇਹ ਸਾਡੇ ਰੀਅਲ ਲਾਈਨ ਹੈਗੀ ਆ, ਠੀਕ ਹੈ, ਹੋਰੀਜ਼ੋਨਟਲ ਹੁੰਦੀ ਹੈ। ਆਪਾਂ ਪਹਿਲਾਂ ਦੇਖਿਆ ਸੀ ਆਰਗਨ ਡਾਇਗਰਾਮ ਜਾਂ ਗ੍ਰਾਫਿਕਲ ਮੈਥਡ ਟੂ ਰਿਪਰੈਜ਼ੈਂਟ ਕੰਪਲੈਕਸ ਨੰਬਰ। ਠੀਕ ਹੈ, ਉਹ ਵੀ ਹੈਗਾ ਇਹਦੇ ਵਿੱਚ, ਤੇ ਇਹ ਰੀਅਲ ਪਾਰਟ ਹੈ, ਇਹ ਇਮੈਜਿਨਰੀ ਪਾਰਟ ਹੈ, ਤੇ ਇਹ ਸਾਡਾ ਕੰਪਲੈਕਸ ਨੰਬਰ ਹੈ। ਇਹਨੂੰ ਕਿੰਝ ਰਿਪਰੈਜ਼ੈਂਟ ਕਰਨਾ? ਰੀਅਲ ਪਾਰਟ ਵਿੱਚ a ਮੇਜ਼ਰ ਕਰ ਲੈਣਾ, ਇਮੈਜਿਨਰੀ ਪਾਰਟ ਵਿੱਚ b ਮੇਜ਼ਰ ਕਰ ਲੈਣਾ, ਤੇ ਜਿੱਥੇ ਜਾ ਕੇ ਦੋਨੋਂ ਇੰਟਰਸੈਕਟ ਕਰਦੇ ਉਹ ਪੁਆਇੰਟ ਜਿਹੜਾ ਹੋਏਗਾ, ਇਹ ਪੁਆਇੰਟ ਜਿੱਥੇ ਇੰਟਰਸੈਕਟ ਕਰ ਰਿਹਾ, ਤੇ ਇਹਨੂੰ ਆਪਾਂ ਕਹਿੰਦੇ ਕੰਪਲੈਕਸ ਨੰਬਰ। ਇਹ ਪੁਆਇੰਟ ਕੰਪਲੈਕਸ ਨੰਬਰ z ਯਾਨੀ ਜੋ ਸਟੈਂਡਰਡ ਸਾਡੇ ਕੋਲ ਦਿੱਤੀ ਹੋਈ a plus b iota ਉਹਨੂੰ ਰਿਪਰੈਜ਼ੈਂਟ ਕਰ ਰਿਹਾ। ਠੀਕ ਹੈ, ਹੁਣ ਇਹ ਜਿਹੜਾ ਪੁਆਇੰਟ ਹੈਗਾ, ਜੇ ਇਹਦਾ ਓਰੀਜਨ ਤੋਂ ਡਿਸਟੈਂਸ ਲਈਏ, ਇਹ ਓਰੀਜਨ ਹੈ ਸਾਡਾ, ਜੇ ਇਹਦਾ ਓਰੀਜਨ ਤੋਂ ਡਿਸਟੈਂਸ ਲਈਏ ਤੇ ਉਹ ਕੀ ਹੁੰਦਾ? ਉਹ ਜਿਹੜੀ ਲੈਂਥ ਹੈ ਉਹ ਹਮੇਸ਼ਾ ਮੋਡ ਆਫ z ਦੇ ਇਕੁਅਲ ਹੁੰਦੀ ਹੈ। ਤੁਸੀਂ ਦੇਖੋ ਕਿ z ਜੇ a plus b iota ਆ, ਇਹ ਪਾਰਟ ਕਿੰਨਾ ਆ? b, ਇਹ ਸਮ b ਹੈ ਨਾ, b ਮੇਜ਼ਰ ਕੀਤਾ, ਇਹ b ਹੈ, ਇਹ ਕਿੰਨਾ ਆ? a। ਠੀਕ ਹੈ, ਤੇ ਇਹ ਜਿਹੜੀ ਇਹ ਟ੍ਰਾਇੰਗਲ ਬਣ ਜਾਂਦੀ ਸਾਡੇ। ਠੀਕ ਹੈ, ਜੇ ਇਹ a ਹੈ, ਇਹ b ਹੈ, ਤੇ ਤੁਸੀਂ ਪਾਇਥਾਗੋਰਸ ਥਿਊਰਮ ਯਾਦ ਹੋਣੀ ਹੈ। ਠੀਕ ਹੈ, ਤੇ ਪਾਇਥਾਗੋਰਸ ਥਿਊਰਮ ਨਾਲ ਇਹ ਕੀ ਹੈ? ਟ੍ਰਾਇੰਗਲ ਦਾ ਜਿਹੜਾ ਇਹ ਰਾਈਟ ਐਂਗਲ ਟ੍ਰਾਇੰਗਲ ਦਾ ਹਾਈਪੋਟੀਨਸ, ਹਾਈਪੋਟੀਨਸ ਕਿੰਝ ਕੱਢਾਂਗੇ? a ਸਕੁਅਰ ਪਲੱਸ b ਸਕੁਅਰ, ਉਹਦਾ ਸਕੁਅਰ ਰੂਟ। ਠੀਕ ਹੈ, ਯਾਨੀ ਇਹ ਮੋਡ ਆਫ z, ਤੇ ਇਹ ਜਿਹੜੀ ਲੈਂਥ ਹੈਗੀ ਆ, ਇਹ ਮੋਡੂਲਸ ਆਫ z ਨੂੰ ਰਿਪਰੈਜ਼ੈਂਟ ਕਰਦੀ ਹੈ, ਕਿਹਦੇ ਇਕੁਅਲ ਹੁੰਦੀ? ਸਕੁਅਰ ਰੂਟ ਆਫ a ਸਕੁਅਰ ਪਲੱਸ b ਸਕੁਅਰ। ਠੀਕ ਹੈ, ਅਸੀਂ ਹੋਰ ਸਟੱਡੀ ਕਰਦੇ ਇਹਦੇ ਬਾਰੇ। Modulus of a complex number, if z a plus iota b is a complex number, then modulus or absolute value, ਹੁਣ ਅਸੀਂ ਟਰਮ ਯੂਜ਼ ਕੀਤੀ ਸੀ absolute value, ਇਹਨੂੰ ਹੀ modulus ਕਹਿੰਦੇ ਆ, ਔਰ ਜਿਹੜੀ ਇਹਦੀ ਡੋਨੇਸ਼ਨ ਹੈ ਇਹਨੂੰ mode of z ਕਹਿੰਦੇ ਆ। ਠੀਕ ਹੈ, modulus or absolute value of z is denoted by mod z, and ਕਿੰਝ ਲਿਖਣੀ ਹੈ? ਦਾ ਸਕੁਅਰ ਜਿਹੜਾ ਪਹਿਲੇ ਆਪਾਂ ਸਕੁਅਰ ਡਿਫਾਈਨ ਕਰ ਰਹੇ ਇੱਥੇ, ਮੋਡ ਆਫ z ਦਾ ਸਕੁਅਰ ਜਿਹੜਾ ਹਮੇਸ਼ਾ ਹੁੰਦਾ ਇਹਦਾ ਰੀਅਲ ਪਾਰਟ ਦਾ ਸਕੁਅਰ ਪਲੱਸ ਇਮੈਜਿਨਰੀ ਪਾਰਟ ਦਾ ਸਕੁਅਰ, और जो मोड ऑफ z कहिए तो ਹੁੰਦਾ स्क्वायर रूट ऑफ a स्क्वायर प्लस b स्क्वायर। ठीक है, ਹੁਣ ਦੇਖੋ ਜੇ z ਆਪਾਂ ਐਗਜ਼ਾਮਪਲ ਦਿੱਤੀ ਇਹਦੇ ਵਿੱਚ ਤਿੰਨ, ਜੇ z ਹੈਗਾ 3 + 4 iota तो ਉਹਦਾ ਮੋਡੂਲਸ ਕੀ ਹੋਏਗਾ? स्क्वायर रूट ऑफ ਰੀਅਲ ਦਾ ਸਕੁਅਰ 3 ਦਾ ਸਕੁਅਰ ਪਲੱਸ ਇਮੈਜਿਨਰੀ ਦਾ ਸਕੁਅਰ 4 ਦਾ ਸਕੁਅਰ। 3 ਸਕੁਅਰ ਪਲੱਸ 4 ਸਕੁਅਰ ਕਿੰਨਾ ਆ ਗਿਆ? ਇਹ ਆ ਗਿਆ 9 + 16 25, और 25 ਦਾ ਸਕੁਅਰ ਰੂਟ ਕੀ ਹੋਏਗਾ? 5। ठीक है,
अगला हैगा z -1 + 2 आयोटा, तो मोड ऑफ z की होएगा स्क्वायर रूट ऑफ रियल पार्ट द स्क्वायर -1 द स्क्वायर प्लस इमेजिनरी पार्ट द स्क्वायर 2 द स्क्वायर, तो एक ही बन जाएगा 2 द स्क्वायर 4 -1 द स्क्वायर 1 तो 5 यानी स्क्वायर रूट 5। ठीक है, ऐसे तीसरी एग्जांपल है z है 12 - 5 आयोटा, तो मोड ऑफ z की होएगा स्क्वायर रूट ऑफ 12 ਦਾ ਸਕੁਅਰ ਪਲਸ ਮਾਈਨਸ ਇਹਦਾ ਜਿਹੜਾ b ਇਮੇਜਿਨਰੀ ਪਾਰਟ ਹੈ ਕਿਹਦੇ ਇਕੁਅਲ ਆ -5, ਜੇ ਇਨ ਬਿਟਵੀਨ ਮਾਈਨਸ ਆਂਦਾ ਤਾਂ ਹਮੇਸ਼ਾ ਤੁਸੀਂ ਇਮੇਜਿਨਰੀ ਪਾਰਟ ਦੇ ਨਾਲ ਮਾਈਨਸ ਲਗਾਣੀ ਹੈਗੀ, ਤੇ 12 ਦਾ ਸਕੁਅਰ ਪਲਸ -5 ਦਾ ਸਕੁਅਰ, ਇਹ ਕੀ ਆ ਜਾਏਗਾ 144, ਇਹ ਕੀ ਆਏਗਾ 25, 144 प्लस 25 ਕੀ ਹੋ ਜਾਂਦਾ 169 एंड 169 ਦਾ ਸਕੁਅਰ ਰੂਟ ਕੀ ਹੋਏਗਾ 13। ठीक है, इस तरह आप किसी कोई भी कंपलैक्स नंबर दिता होवे असी उहदा रियल पार्ट देख सकते हैं, इमेजिनरी पार्ट देख सकते हैं, उहदा मॉडुलस देख सकते हैं। ठीक है, ਹੁਣ ਇੱਕ ਨੈਕਸਟ ਟਰਮ ਆਪਾਂ ਕਰ ਰਹੇ ਹਾਂ ਐਂਪਲੀਟਿਊਡ। ਐਂਪਲੀਟਿਊਡ ਦਾ ਆਰਗੂਮੈਂਟ ਕਹਿੰਦੇ ਆ, ਉਹ ਕਿਸ ਤਰ੍ਹਾਂ ਕੱਢਣੀ ਹੈਗੀ। ਇਫ z ਇਕੁਅਲ ਟੂ a plus iota b is a complex number then amplitude ਜਾਂ argument of z is denoted by, ਇਹਨੂੰ ਕਿੰਨੀ ਡਿਨੋਟ ਕਰਦੇ ਆ amp of z, ਐਂਪਲੀਟਿਊਡ ਨੂੰ amp of z ਇਕੁਅਲ ਟੂ ਜਾਂ ਆਪਾਂ ਆਰਗੂਮੈਂਟ ਯਾਨੀ arg of z। ਠੀਕ ਹੈ, ਔਰ ਇਹ ਕਿੰਜ ਕੱਢਣੀ ਹੈ, ਅਸੀਂ ਕੀ ਕਰਨਾ ਇਹਦਾ ਇਮੇਜਿਨਰੀ ਪਾर्ट ਬਾय ਇਹਦਾ ਰੀਅਲ पार्ट, ऊपर आना है इमेजिनरी पार्ट, नीचे आना है रियल पार्ट, और जो भी आएगा वैल्यू ਉਹਦਾ ਆਪਾਂ tan ਇਨਵਰਸ ਲੈ ਲੈਣਾ। एक एंगल ਦੀ ਫਾਰਮ ਹੁੰਦੀ ਹੈ, ਤੇ ਐਂਗਲ ਜਿਹੜਾ ਟੈਂਪਰੇਚਰ ਜਦ ਇੱਕ ਐਂਗਲ ਹੁੰਦਾ, ਔਰ ਐਂਗਲ ਜਿਹੜਾ ਹੈ ਹਮੇਸ਼ਾ ਸਾਡੇ ਕੋਲ ਡਿਗਰੀ ਚ ਜਾਂ ਆਪਣਾ ਰੇਡੀਅਨ ਚ ਆਉਂਦਾ ਹੈਗਾ, ਤੇ ਆਪਾਂ ਐਂਪਲੀਟਿਊਡ ਆਫ z ਕੀ ਕਿਹਦੇ ਕੋਲ ਹੋਏਗਾ tan ਇਨਵਰਸ ਆਫ b/a। ਠੀਕ ਹੈ, ਕੱਢਾਂਗੇ ਦੇਖਦੇ ਹਾਂ। ਹਾਂਜੀ, ਜਿਸ ਤਰ੍ਹਾਂ ਇਹ ਸਾਡੇ ਕੋਲ ਹੁਣੇ ਦੇਖੀ ਸੀ ਆਰਗਨ ਡਾਇਗਰਾਮ, ਜਦੋਂ ਆਪਾਂ ਮੋਡਲਸ ਕੀਤਾ ਸੀ ਸੇਮ ਡਾਇਗਰਾਮ ਇੱਥੇ ਹੈਗੀ, ਇਹ 'ਚ ਆਰਗੂਮੈਂਟ z ਵੀ ਦਿੱਤਾ ਹੋਇਆ, ਯਾਨੀ ਇਹ ਜਿਹੜੀ ਸਾਡੀ ਟ੍ਰਾਇੰਗਲ ਹੈਗੀ, ਇਸ ਟ੍ਰਾਇੰਗਲ ਦਾ ਧਿਆਨ ਰੱਖਣਾ। ਇਹ ਟ੍ਰਾਇੰਗਲ 'ਚ ਦੇਖੋ ਇਹ ਵੈਲਿਊ a ਹੈ, ਆ ਇੰਨੀ ਵੈਲਿਊ b ਹੈ, ਇਹ ਵੈਲਿਊ ਜਿਹੜੀ ਹੈਗੀ ਰੀਜਨ ਤੋਂ ਡਿਸਟੈਂਸ ਕੰਪਲੈਕਸ ਨੰਬਰ ਦਾ ਪੁਆਇੰਟ ਦਾ ਮੋਡੂਲਸ ਆਫ z ਹੈ, ਤੇ ਇਹ ਜਿਹੜਾ ਐਂਗਲ ਹੈ, ਇਹ ਐਂਗਲ ਜਿਹੜਾ ਹੈਗਾ ਇਹ ਆਰਗੂਮੈਂਟ ਆਫ z ਹੈ। ठीक है, जिस तरह देखो तुसी जे ए बी है ते ए है, ते इस एंगल च इनू जे ਆਪਾਂ थीटा ले लेने है, इस रोटेशन ਨੂੰ ਤੇ tan थीटा ਕਿਹਦੇ ਇਕੁਅਲ ਹੁੰਦਾ b/a, ਤੇ थीटा ਕਿਹਦੇ ਇਕੁਅਲ ਹੋਏਗਾ tan ਇਨਵਰਸ b/a, ਯਾਨੀ ਇਹ ਐਂਗਲ ਹੁੰਦਾ ਆਰਗੂਮੈਂਟ ਆਫ z। ਹੁਣ ਦੇਖੋ ਅਸੀਂ ਕੰਪਲੈਕਸ ਨੰਬਰ ਦੀਆਂ ਚਾਰ ਟਰਮ ਕਰ ਲਈਆਂ ਕਿ ਕੰਪਲੈਕਸ ਨੰਬਰ ਦਿੱਤਾ ਹੋਵੇ ਤੇ ਰੀਅਲ ਪਾਰਟ a ਹੁੰਦਾ, इमेजिनरी पार्ट b ਹੁੰਦਾ, ਮੋਡੂਲਸ ਆਫ z ਹੁੰਦਾ ਸਕੁਅਰ ਰੂਟ ਆਫ a ਸਕੁਅਰ ਪਲਸ b ਸਕੁਅਰ, ਔਰ ਆਰਗੂਮੈਂਟ ਆਫ z ਹੁੰਦਾ tan ਇਨਵਰਸ b/a। ठीक है, और ਆਪਾਂ ਦੇਖਦੇ ਹਾਂ ਇਹ ਕੰਬਾਈਨ ਕਰਕੇ ਦਿੱਤਾ ਹੋਇਆ ਮੋਡੂਲਸ ਐਂਡ ਆਰਗੂਮੈਂਟ ਆਫ ਕੰਪਲੈਕਸ ਨੰਬਰ। ਇਹ ਕੰਪਲੈਕਸ ਨੰਬਰ ਹੈਗਾ z ਇਕੁਅਲ ਟੂ x ਪਲਸ y ਆਇਓਟਾ ਜਾਂ ਆਇਓਟਾ y, ਤੇ ਸਾਡੇ ਕੋਲ ਇਹ ਜਿਹੜੀ ਰਿਪਰੈਜ਼ੈਂਟੇਸ਼ਨ ਹੈਗੀ ਹੈ ਇਹ ਹੁਣੇ ਕਰਕੇ ਹਟੇ ਆ, ਇਹ ਰੀਅਲ ਐਕਸਿਸ ਬਣ ਜਾਂਦੀ ਹੈ, ਇਹ ਇਮੇਜਿਨਰੀ ਐਕਸਿਸ, ਕਿਉਂਕਿ ਆਪਾਂ ਚਾਰ ਕੁਆਡਰੈਂਟ ਲੈਂਦੇ ਆ, ਕਿਉਂਕਿ ਅਸੀਂ ਹਮੇਸ਼ਾ ਆਪਾਂ ਫਸਟ ਕੁਆਡਰੈਂਟ 'ਚ ਹੀ ਲੈ ਰਹੇ ਹਾਂ, ਐਜ਼ਿਊਮ ਕਰਕੇ ਕਿ x ਔਰ y ਫਸਟ ਕੁਆਡਰੈਂਟ 'ਚ ਹੈਗੀ ਹੈ, ਦੋਨੋਂ ਪੋਜ਼ਿਟਿਵ ਹੈ, ਤੇ ਸਾਡੀ ਤੁਹਾਡੀ ਫਸਟ ਕੁਆਡਰੈਂਟ 'ਚ ਆਏਗੀ। ਲੇਕਿਨ ਇਨ ਕੇਸ ਇਹ ਵੈਲਿਊ ਜਿਹੜੀਆਂ ਨੈਗੇਟਿਵ ਹੋ ਜਾਂਦੀਆਂ, ਜਿਸ ਤਰ੍ਹਾਂ x ਨੈਗੇਟਿਵ ਹੋ ਜਾਂਦਾ ਤੇ ਫਿਰ ਇਹ ਇੱਧਰ ਚਲੇ ਜਾਏਗਾ ਸੈਕੰਡ ਕੁਆਡਰੈਂਟ 'ਚ। ਠੀਕ ਹੈ, ਤੇ ਆਪਾਂ ਚਾਰੋਂ ਕੁਆਡਰੈਂਟ 'ਚ ਜਿਹੜੀ ਸਾਡੇ ਕੰਪਲੈਕਸ ਨੰਬਰ ਜਿਹੜੇ ਹੈਗੇ ਉਹ ਜਿਹੜੇ ਹੈਗੇ ਆਪਾਂ ਡਿਸਕ੍ਰਾਈਬ ਕਰ ਸਕਦੇ ਹੈਗੇ। ਠੀਕ ਹੈ, ਤੇ ਇੱਥੇ ਆਪਾਂ ਜਨਰਲੀ ਫਸਟ ਕੁਆਡਰੈਂਟ ਹੀ ਸਪੋਜ਼ ਕਰਕੇ ਚੱਲਦੇ ਹਾਂ, ਤੇ ਇਹ x ਹੈਗਾ, ਇਹ ਸਾਡਾ ਇਹ ਕੰਪਲੈਕਸ ਨੰਬਰ ਹੈ, ਇਹ y, ਇਹ x, ਇਹ ਮੋਡੂਲਸ ਆਫ z, ਇਹ ਸਾਡਾ ਐਂਗਲ ਯਾਨੀ ਐਂਪਲੀਟਿਊਡ ਆਫ ਥੀਟਾ। ठीक है, रियल एक्सिस इमेजिनरी एक्सिस। ठीक है, the mode of z ਹੁੰਦਾ ਇਸ ਕੇਸ ਚ square root of x square plus y square। the magnitude or modulus, magnitude ਕਹਿੰਦੇ modulus ਕਹਿੰਦੇ absolute value ਕਹਿੰਦੇ same thing ਹੈ of z is denoted by mod z। ਇਹ ਕੀ ਹੁੰਦਾ its distance from the region to the point xy। ਇਹ ਜਿਹੜਾ ਕੰਪਲੈਕਸ ਨੰਬਰ ਹੈ ਜੇ ਆਪਾਂ ਕੋਆਰਡੀਨੇਟ ਸਿਸਟਮ ਚ ਦੇਖੀਏ ਤੁਹਾਨੂੰ ਪੁਆਇੰਟਸ ਨਾਲ ਰਿਪਰੈਜ਼ੈਂਟ ਕਰਦੇ xy। ਠੀਕ ਹੈ, ਤੇ ਇਸ ਪੁਆਇੰਟ ਦਾ origin ਤੋਂ distance ਜਿਹੜਾ ਹੈਗਾ ਇਹ ਜਿਹੜਾ ਮੋਡ ਆਫ z ਹੁੰਦਾ। ਐਂਗਲ ਫਾਰਮਡ ਫਰੋਮ ਦੀ ਰੀਅਲ ਐਕਸਿਸ ਐਂਡ ਅ ਲਾਈਨ ਫਰੋਮ ਦੀ ਰੀਜਨ ਟੂ xy, ਯਾਨੀ ਇੱਕ ਰੀਅਲ ਐਕਸਿਸ ਤੇ ਇੱਕ ਜਿਹੜੀ ਓਰੀਜਨ ਤੋਂ ਇਸ ਪੁਆਇੰਟ ਤੱਕ ਜਿਹੜੀ ਲਾਈਨ ਲਈਦੀ ਹੈ ਉਹਦੇ ਵਿੱਚ ਜਿਹੜਾ ਐਂਗਲ ਹੁੰਦਾ ਇਸ ਕੋਡ ਦੀ ਆਰਗੂਮੈਂਟ ਆਫ z।
with requirement that this angle lies between 0 and 2 pi। ये ਜਿਹੜਾ एंगल है हमेशा किहदे विच लाई करेगा, ये 0 तो 360 डिग्री तक, यानी इस 4 क्वाड्रेंट के अंदर अंदर रहेगा। ठीक है, तो साडा ਜਿਹੜਾ एंगल है 0 तो लैके 360 ਦੇ ਵਿੱਚ लाई करदा। ठीक है, modified for quadrant and so that it is between 0 and 2 pi। theta is tan inverse y by x, so the argument की वैल्यू की होंगी tan inverse y by x। तो बस तुसी याद रखना model of z is square root of x the square plus y the square and its square root, and argument is tan inverse y by x। ठीक है, related question करेंगे next। The size of the rotation is called the amplitude or argument of z. It is often denoted by arg of z। This angle could be theta plus minus 2 and pi, where n is any integer। यानी 2 pi यानी 0 ਤੋਂ ਲੈ ਕੇ 360 ਦੇ ਵਿੱਚ plus ਜਾਂ minus ਇਸ form ਦੇ ਹੋਣਗੇ। ठीक है, we refer to the value of argument which lies in the range of minus pi to pi। ये ਅਸੀਂ प्रिंसीपल आर्गूमेंट का बहुता स्ट्रैस नहीं देना, साडे सिलेबस सिंपल आर्गूमेंट करनी है जी 0 तो लैके 2 पाई लाई करती है। ठीक है, इस करके इनू नहीं देखना है। आर मतलब आप कई बार इनू मोड ऑफ जेड आर ना भी डिनोट करते हैं, आगे पोलर फॉर्म करनी है वो आर लिखते हैं मोड ऑफ जेड आर मतलब मोड ऑफ जेड दैट इज इक्वल टू स्क्वायर रूट ऑफ एक्स स्क्वायर प्लस वाई स्क्वायर। ऐसे ही आर्गूमेंट में हमेशा थीटा लिखते हैं tan इनवर्स y by x। थीटा लाइज बिटवीन आप इत्थे करांगे 0 ਤੋਂ ਲੈ ਕੇ 2 पाई तक। ठीक है, ए आर ए थीटा x y ए ट्रायंगल च हुण साडे कोल ए ਜਿਹੜੀਆਂ 4 जो कंपोनेंट्स बन गए कंपलैक्स नंबर दे। ठीक है, बाय सिंपल ट्रिग्नोमेट्री x इक्वल टू r cos थीटा। ठीक है, ये हुण नैक्सट ਆਪਾਂ पोलर फॉर्म करते हैं, ਉਹਦੇ ਵਿੱਚ ਇਹ ਚੀਜ਼ਾਂ ਤੁਸੀਂ ਧਿਆਨ ਰੱਖਣੀਆਂ ਕਿ ਜੇ ਦੇਖੋ इसी ट्रायंगल ਦੇ ਵਿੱਚ ਅਸੀਂ ਜਦੋਂ देखिए cos थीटा की हुंदा बेस बाय हाइपोटेनस यानी x बाय r। ये x बाय r cos थीटा हुंदा। ठीक है, तो x r ਨੂੰ दूसरी साइड पे ले जाओ तो x की बन जाएगा r cos थीटा। इनकी जो ट्रिग्नोमेट्री कितनी होनी कि cos थीटा इस राइट एंगल ट्रायंगल च की हुंदा cos थीटा हुंदा x बाय r तो x हो गया r cos थीटा। इसी तरह ਜਿਹੜਾ y बाय r हुंदा sin थीटा। ठीक है, परपेंडिकुलर बाय हाइपोटेनियस तो y बाय r होगा sin थीटा तो y की हो जाएगा r sin थीटा। तो x इस तरह आप x प्लस उल्टा y की जगह r और थीटा भी लिख सकते हैं, यानी x ਨੂੰ लिख दिए r cos थीटा y ਨੂੰ लिख दिए r sin थीटा तो की बन जाएगा r कॉमन निकल जाता तो बन जाता r of cos थीटा प्लस उल्टा sin थीटा। यानी कि तो z ਨੂੰ ਆਪਾਂ x और उल्टा y च लिखिया, दूजे पासे आप x ਨੂੰ r और थीटा च लिखिया। ठीक है, जिस हमने x और y दिता अपन r और थीटा च लिख सकते हैं। ठीक है, वो इस तरह लिखीदा, इनू ਆਪਾਂ ਕਹਿੰਦੇ पोलर फॉर्म ऑफ z। लिखण ਦੇ तरीके आ ਜਦੋਂ ਆਪਾਂ ਲਿਖਦੇ z ਨੂੰ x plus iota y, ਇਹਨੂੰ ਕਹਿੰਦੇ ਰੈਕਟੈਂਗੂਲਰ ਫਾਰਮ ਆਫ z। ਰੈਕਟੈਂਗੂਲਰ मतलब ਇਹ ਦੋਨੋਂ ਰਾਈਟ ਐਂਗਲ ਤੇ ਹੁੰਦੇ ਨਾ x ਔਰ y, ਇਹਨੂੰ ਕਹਿੰਦੇ ਆ ਰੈਕਟੈਂਗੂਲਰ ਫਾਰਮ ਆਫ z। ਜੇ ਅਸੀਂ ਲਿਖਨੇ r और थीटा ਚ ਤੇ ਫਿਰ ਇਹਨੂੰ ਕਹਿੰਦੇ ਆ पोलर फॉर्म ऑफ z। ठीक है, ਆਪਾਂ ਨੈਕਸਟ ਨੂੰ ਇਹੀ ਸਟੱਡੀ ਕਰਾਂਗੇ ਕਿ ਜੇ ਸਾਨੂੰ पोलर फॉर्म ਦਿੱਤੀ ਆ ਆਪਾਂ ਕਾਰਟੀਨ ਚੇਂਜ ਕਰਨਾ ਜਾਂ ਰੈਕਟੈਂਗੂਲਰ ਤੇ ਕਾਰਟੀਜ਼ਨ ਸੇਮ ਹੀ ਹੈ ਤੇ ਜੇ ਸਾਨੂੰ ਕਾਰਟੀਜ਼ਨ ਚ ਦਿੱਤੀਆਂ ਤੇ ਅਸੀਂ ਪੋਲਰ ਚ ਕਿਵੇਂ ਚੇਂਜ ਕਰਨਾ, ਉਹਦੇ ਲਈ ਇਹੀ ਚੀਜ਼ ਦੀ ਹੈਲਪ ਲੈਣੀ ਹੈ ਅਸੀਂ ਕਿ x ਹੁੰਦਾ r cos ਥੀਟਾ, y ਹੁੰਦਾ r sin ਥੀਟਾ ਤੇ r ਹੁੰਦਾ ਸਕੁਅਰ ਰੂਟ ਆਫ x ਸਕੁਅਰ ਪਲਸ y ਸਕੁਅਰ, ਥੀਟਾ ਹੁੰਦਾ tan ਇਨਵਰਸ y ਬਾਈ x। इन दोनों ये चारों ਜਿਹੜੀ ਕੰਪੋਨੈਂਟ ਦੀ ਹੈਲਪ ਨਾਲ ਅਸੀਂ ਜੇ ਸਾਨੂੰ x और y ਦਿੱਤਾ ਅਸੀਂ r और ਥੀਟਾ ਕੱਢ ਸਕਦੇ ਹਾਂ। ਜੇ x y ਦਿੱਤਾ ਤੇ r ਆ ਗਿਆ, ਇੱਥੋਂ ਥੀਟਾ ਆ ਗਿਆ, और जे r और थीटा दिता है तो आप x और y कट लेंगे, यानी r और थीटा तो इत्थों x आ गया, r और थीटा तो इत्थे y आ गया। ये साडियां हुंदियां x और y नूं r ते थीटा च कन्वर्ट किंज करना हैगा। ठीक है, पोलर फॉर्म ऑफ कंपलैक्स नंबर कन्वर्शन जिहड़ी हुणे मैं तुहानूं दस्सी सी कन्वर्शन किंज करनी हैगी कि जे साडे कोल कंपलैक्स नंबर a + b iota दिता, ठीक है, ਤੇ ਉਹਨੂੰ ਆਪਾਂ ਲਿਖਣਾ ਹੈ ਪੋਲਰ ਫਾਰਮ ਚ ਤੇ ਉਹ ਕਿੰਜ ਹੁੰਦੀ ਹੈ r x ਨੂੰ ਲਿਖ ਦਿੱਤਾ ਸੌਰੀ a ਜਿੱਥੇ a ਦਿੱਤਾ ਹੋਇਆ a ਕੀ ਹੋ ਗਿਆ r cos ਥੀਟਾ, b ਦੀ ਜਗ੍ਹਾ ਕੀ ਹੋ ਗਿਆ r sin ਥੀਟਾ। ਹਮੇਸ਼ਾ ਧਿਆਨ ਰੱਖਣਾ ਰੀਅਲ ਪਾਰਟ r cos ਥੀਟਾ ਹੁੰਦਾ, ਇਮੇਜਿਨਰੀ ਪਾਰਟ r sin ਥੀਟਾ। r ਕਾਮਨ ਕੱਢ ਲੋਗੇ ਤੇ ਇਹ ਜਿਹੜੀ ਫਾਰਮ ਹੋਏਗੀ ਇਹਨੂੰ ਕਹਿੰਦੇ ਪੋਲਰ ਫਾਰਮ। ਇਹ ਹੁੰਦੀ ਹੈ ਸਾਡੀ ਰੈਕਟੈਂਗੂਲਰ ਫਾਰਮ। ਠੀਕ ਹੈ,
ਹੁਣ ਦੇਖੋ ਤੇ tan ਥीटा ਕੀ ਆ ਗਿਆ b ਬਾਈ ਥीटा tan ਇਨਵਰਸ b ਬਾਈ, ਇਹ ਸਾਨੂੰ ਪਤਾ ਹੈ, ਠੀਕ ਹੈ। ਔਰ ਮੋਡ z ਸਕੁਅਰ ਰੂਟ ਆਫ a ਸਕੁਅਰ ਪਲੱਸ b ਸਕੁਅਰ। ਤੇ ਜੇ ਸਾਨੂੰ ਆਪਾਂ ਨੂੰ ਕੱਢਣਾ ਹੈ a b ਦਿੱਤਾ ਹੋਇਆ, ਸਾਨੂੰ r ਥीटा ਚਾਹੀਦਾ, ਤੇ ਅਸੀਂ ਕੀ ਕਰਾਂਗੇ, ਇਹ r ਸਾਡਾ ਨਿਕਲ ਆਏਗਾ, ਇਹ ਸਾਡਾ ਥीटा ਨਿਕਲ ਆਏਗਾ, ਤੇ ਇਹ ਸਾਡੀ ਕੀ ਹੋ ਜਾਏਗੀ, ਪੋਲਰ ਫਾਰਮ, ਠੀਕ ਹੈ। ਕਿੰਜ ਕੁਐਸਚਨ ਕਿੰਜ ਕਰਨੇ ਆ, ਇਹ ਅਸੀਂ ਹੁਣ ਨੈਕਸਟ ਵੀਡੀਓ 'ਚ ਦੇਖਾਂਗੇ। ਤੇ ਹੁਣ ਤੱਕ ਅਸੀਂ ਇੱਥੇ ਸਟਾਪ ਕਰਦੇ ਹਾਂ, ਠੀਕ ਹੈ। ਨੈਕਸਟ ਵੀਡੀਓ 'ਚ ਆਪਾਂ ਕਿੰਜ ਇਹਨਾਂ ਦੇ ਪੋਲਰ ਫਾਰਮ, ਕਾਰਟੀਜ਼ਨ ਜਾਂ ਰੈਕਟੈਂਗੂਲਰ ਫਾਰਮ ਆਪਾਂ ਸਟੱਡੀ ਕਰਨੀ ਹੈ, ਉਹ ਦੇਖਾਂਗੇ, ਠੀਕ ਹੈ। ਓਕੇ, ਬਾਏ।